ਅੱਜ ਸੁਖਬੀਰ ਵਿਦੇਸ਼ ਤੋਂ ਵਾਪਿਸ ਆਪਣੇ ਘਰ ਪਰਤ ਰਿਹਾ ਸੀ। ਉਸਦੀ ਮਾਂ ਅਤੇ ਦਾਦੀ ਦੇ ਉਦਾਸ ਚਿਹਰੇ ਉਸਦੀ ਅੱਖਾਂ ਦੇ ਸਾਹਮਣੇ ਰਹਿ ਕੇ ਆ ਰਹੇ ਸੀ। ਦਰਅਸਲ ਸੁਖਬੀਰ ਪਿਛਲੇ 4 ਸਾਲਾਂ ਤੋਂ ਵਿਦੇਸ਼ ਵਿੱਚ ਹੀ ਸੀ। ਇਸ ਦੌਰਾਨ 8 ਮਹੀਨੇ ਪਹਿਲਾਂ ਹੀ ਉਸਦੇ ਪਿਤਾ ਜੀ ਦੀ ਮੌਤ ਹੋ ਗਈ। ਮੌਤ ਤੋਂ ਕਰੀਬ 2 ਘੰਟੇ ਪਹਿਲਾਂ ਉਸਦੇ ਪਿਤਾ ਨੇ ਉਸ ਨਾਲ ਵੀਡੀਓ ਕਾਲ ਪਰ ਗੱਲ ਕੀਤੀ ਸੀ। ਆਪਣੇ ਪਿਤਾ ਦੇ ਆਖਰੀ ਸ਼ਬਦ ਉਸਦੇ ਕੰਨਾਂ ਵਿੱਚ ਹੁਣ ਵੀ ਗੂੰਜ ਰਹੇ ਸੀ, "ਸਦਾ ਖੁਸ਼ ਰਹੋ ਪੁੱਤ, ਖੂਬ ਤਰੱਕੀ ਕਰੋ ਅਤੇ ਡਾਕਟਰ ਬਣ ਕੇ ਸਾਡਾ ਨਾਮ ਰੋਸ਼ਨ ਕਰਨਾ।" ਆਪਣੇ ਪਿਤਾ ਦੀ ਮੌਤ ਪਰ ਉਹ ਬਹੁਤ ਰੋਇਆ ਸੀ। ਉਸਦਾ ਦਿਲ ਅਥਾਹ ਦੁੱਖ ਨਾਲ ਭਰ ਉੱਠਿਆ ਸੀ, ਪਰੰਤੂ ਵੀਜ਼ਾ ਨਾ ਲੱਗ ਪਾਣੇ ਦੇ ਕਾਰਨ ਉਹ ਆ ਨਹੀਂ ਪਾਇਆ ਸੀ। ਉਸਦੇ ਮਨ ਵਿੱਚ ਵਿਚਾਰ ਚੱਲ ਰਹੇ ਸੀ ਕਿ ਉਸਦੀ ਮਾਂ ਉਸਨੂੰ ਅਚਾਨਕ ਆਪਣੇ ਕੋਲ ਦੇਖ ਕੇ ਕਿੰਨੀ ਖੁਸ਼ ਹੋ ਜਾਵੇਗੀ ਅਤੇ ਜਦ ਮਾਂ ਨੂੰ ਇਹ ਪਤਾ ਚੱਲੇਗਾ ਕਿ ਮੈਂ ਗੁੜਗਾਂਵ ਦੇ ਹੀ ਇੱਕ ਬੜੇ ਹਸਪਤਾਲ ਵਿੱਚ ਡਾਕਟਰ ਦੇ ਤੌਰ ਪਰ ਨਿਯੁਕਤ ਹੋ ਗਿਆ ਹਾਂ ਤਾਂ ਉਹਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹੇਗਾ ਅਤੇ ਉਸਦੀ ਬੁੱਢੀ ਦਾਦੀ ਮਾਂ ਤਾਂ ਉਸਨੂੰ ਦੇਖਦੇ ਹੀ ਆਪਣੇ ਗਲੇ ਨਾਲ ਲਗਾ ਲਏਗੀ। ਦਾਦੀ ਮਾਂ ਦੇ ਲਈ ਜੋ ਸ਼ਾਲ ਖਰੀਦ ਕੇ ਲਿਆਇਆ ਹਾਂ ਉਹ ਉਹਨਾਂ ਪਰ ਕਿੰਨੀ ਖੂਬਸੂਰਤ ਲੱਗੇਗੀ। ਜਦ ਸੁਖਬੀਰ ਘਰ ਪਹੁੰਚਿਆ ਤਾਂ ਦੇਖਿਆ ਕਿ ਉਸਦੀ ਭਾਬੀ ਨੀਤੂ ਰਸੋਈ ਘਰ ਵਿੱਚ ਬੱਚਿਆਂ ਦੇ ਲਈ ਖਾਣਾ ਬਣਾ ਰਹੀ ਸੀ। ਸੁਖਬੀਰ ਦੇ ਭਤੀਜਾ ਅਤੇ ਭਤੀਜੀ ਦੋਵੇਂ ਵਿਹੜੇ ਵਿੱਚ ਖੇਲ ਰਹੇ ਸੀ। ਪਹਿਲਾਂ ਤਾਂ ਉਹ ਆਪਣੇ ਚਾਚਾ ਨੂੰ ਪਹਿਚਾਣ ਹੀ ਨਹੀਂ ਪਾਏ, ਪਰ ਥੋੜ੍ਹੀ ਹੀ ਦੇਰ ਵਿੱਚ ਚਾਚੂ ਚਾਚੂ ਕਹਿ ਕੇ ਸੁਖਬੀਰ ਦੀ ਤਰਫ ਦੌੜਦੇ ਹੋਏ ਆਏ ਅਤੇ ਉਸ ਨਾਲ ਲਿਪਟ ਗਏ। ਬੱਚਿਆਂ ਦੀ ਆਵਾਜ਼ ਸੁਣ ਕੇ ਭਾਬੀ ਵੀ ਵਿਹੜੇ ਵਿੱਚ ਆ ਗਈ, ਪਰ ਸੁਖਬੀਰ ਇਹ ਦੇਖ ਕੇ ਹੈਰਾਨ ਸੀ ਕਿ ਉਸਦੀ ਭਾਬੀ ਦੇ ਚਿਹਰੇ ਦਾ ਰੰਗ ਉੜਿਆ ਹੋਇਆ ਸੀ। ਉਹ ਕੁਝ ਘਬਰਾਈ ਹੋਈ ਨਜ਼ਰ ਆ ਰਹੀ ਸੀ। ਸੁਖਬੀਰ ਨੂੰ ਦੇਖ ਕੇ ਬੋਲੀ, "ਅਰੇ ਭਾਈ, ਤੁਸੀਂ ਤਾਂ ਆਉਣੇ ਤੋਂ ਪਹਿਲਾਂ ਦੱਸਿਆ ਹੀ ਨਹੀਂ। ਤੁਸੀਂ ਤਾਂ ਕਿਹਾ ਸੀ ਕਿ ਕੁਝ ਸਾਲ ਤੁਸੀਂ ਉੱਥੇ ਰਹਿ ਕੇ ਨੌਕਰੀ ਕਰੋਗੇ।" "ਹਾਂ ਭਾਬੀ, ਪਰ ਇਹ ਗੱਲ ਵੀ ਸੱਚ ਹੈ ਕਿ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਵਿਦੇਸ਼ ਵਿੱਚ ਮੇਰਾ ਮਨ ਨਹੀਂ ਲੱਗਦਾ ਸੀ। ਇਸ ਲਈ ਮੈਂ ਇੰਡੀਆ ਵਿੱਚ ਨੌਕਰੀ ਦੇ ਲਈ ਅਪਲਾਈ ਕਰ ਦਿੱਤਾ ਅਤੇ ਹੁਣ ਤੁਹਾਡੇ ਦੇਵਰ ਨੂੰ ਇੱਥੇ ਦੇ ਹੀ ਇੱਕ ਬਹੁਤ ਬੜੇ ਹਸਪਤਾਲ ਵਿੱਚ ਡਾਕਟਰ ਦੇ ਤੌਰ ਪਰ ਨਿਯੁਕਤ ਕਰ ਲਿਆ ਗਿਆ ਹੈ।" ਇਹ ਸੁਣ ਕੇ ਨੀਤੂ ਦੀ ਅੱਖਾਂ ਫਟੀ ਦੀ ਫਟੀ ਰਹਿ ਗਈ। "ਦਰਅਸਲ ਮੈਂ ਤੁਸੀਂ ਸਾਰਿਆਂ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ, ਇਸ ਲਈ ਮੈਂ ਕਿਸੇ ਨੂੰ ਨਹੀਂ ਦੱਸਿਆ ਕਿ ਮੈਂ ਭਾਰਤ ਆ ਰਿਹਾ ਹਾਂ।" ਅਜਿਹਾ ਕਹਿੰਦੇ ਹੋਏ ਸੁਖਬੀਰ ਆਪਣੀ ਮਾਂ ਦੇ ਕਮਰੇ ਵਿੱਚ ਗਿਆ ਅਤੇ ਬੋਲਿਆ, ਮਾਂ ਕਿੱਥੇ ਹੋ ਤੁਸੀਂ?" ਪਰ ਉਸ ਨੂੰ ਮਾਂ ਕਿਤੇ ਨਜ਼ਰ ਨਹੀਂ ਆਈ। ਮਾਂ ਦੇ ਕਮਰੇ ਤੋਂ ਨਿਕਲ ਕੇ ਉਹ ਆਪਣੀ ਦਾਦੀ ਦੇ ਕਮਰੇ ਵਿੱਚ ਗਿਆ। "ਦਾਦੀ, ਦੇਖੋ ਤੁਹਾਡਾ ਪੋਤਾ ਵਾਪਿਸ ਆ ਗਿਆ ਹੈ।" ਪਰ ਉਹ ਹੈਰਾਨ ਰਹਿ ਗਿਆ ਕਿ ਦਾਦੀ ਵੀ ਕਮਰੇ ਵਿੱਚ ਨਹੀਂ ਸੀ। ਜਦੀ ਸੁਖਬੀਰ ਦਾ ਭਤੀਜਾ ਪਿੱਛੇ ਤੋਂ ਆਇਆ ਅਤੇ ਬੋਲਿਆ, "ਚਾਚੂ, ਤੁਸੀਂ ਕਿਸ ਨੂੰ ਲੱਭ ਰਹੇ ਹੋ? ਦਾਦੀ ਅਤੇ ਬੜੀ ਦਾਦੀ ਤਾਂ ਇੱਥੇ ਨਹੀਂ ਰਹਿੰਦੇ।" ਜਦੀ ਜਲਦਬਾਜ਼ੀ ਵਿੱਚ ਉਸਦੀ ਭਾਬੀ ਨੀਤੂ ਪਾਣੀ ਲੈ ਕੇ ਆਈ। ਸੁਖਬੀਰ, ਜੋ ਆਪਣੇ ਭਤੀਜੇ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਸੀ, ਆਪਣੀ ਭਾਬੀ ਤੋਂ ਪੁੱਛਣ ਲੱਗਾ, "ਭਾਬੀ, ਸੋਨੂੰ ਇਹ ਕਿਆ ਕਹਿ ਰਿਹਾ ਹੈ?" "ਅਰੇ ਦੇਵਰ ਜੀ, ਇਹ ਬੱਚੇ ਤਾਂ ਕੁਝ ਵੀ ਬੋਲਦੇ ਹਨ," ਨੀਤੂ ਨੇ ਹੜਬੜਾਉਂਦੇ ਹੋਏ ਕਿਹਾ ਅਤੇ ਸੋਨੂੰ ਨੂੰ ਅੱਖ ਦੇ ਇਸ਼ਾਰੇ ਨਾਲ ਬਾਹਰ ਜਾਣੇ ਦੇ ਲਈ ਕਿਹਾ। ਜਦੀ ਸੁਖਬੀਰ ਬੋਲਿਆ, "ਪਰ ਭਾਬੀ, ਮਾਂ ਅਤੇ ਦਾਦੀ ਹੈ ਕਿੱਥੇ? ਉਹ ਮੈਨੂੰ ਕਿਤੇ ਨਜ਼ਰ ਕਿਉਂ ਨਹੀਂ ਆ ਰਹੇ?" ਜਦੀ ਉਸਦੀ ਭਾਬੀ ਨੀਤੂ ਆਪਣੇ ਚਿਹਰੇ ਪਰ ਫਿੱਕੀ ਜਿਹੀ ਮੁਸਕਰਾਹਟ ਲਈ ਬੋਲੀ, "ਅਰੇ ਦੇਵਰ ਜੀ, ਤੁਹਾਨੂੰ ਦੱਸਿਆ ਤਾਂ ਸੀ, ਮਾਂ ਤਾਂ ਦਾਦੀ ਨੂੰ ਲੈ ਕੇ ਕੇਦਾਰਨਾਥ ਦੀ ਯਾਤਰਾ ਪਰ ਗਈ ਹੈ।" "ਪਰ ਯਾਤਰਾ ਪਰ ਤਾਂ ਮਾਂ ਅਤੇ ਦਾਦੀ 1 ਮਹੀਨਾ ਪਹਿਲਾਂ ਗਏ ਸੀ। ਹੁਣ ਤੱਕ ਤਾਂ ਉਹਨਾਂ ਨੂੰ ਆ ਜਾਣਾ ਚਾਹੀਦਾ ਸੀ
ਅਤੇ ਮੈਂ ਉਹਨਾਂ ਨੂੰ ਕਦ ਤੋਂ ਫ਼ੋਨ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਉਹਨਾਂ ਦਾ ਫ਼ੋਨ ਲੱਗਦਾ ਹੀ ਨਹੀਂ। ਅਰੇ ਦੇਵਰ ਜੀ, ਚਿੰਤਾ ਕਰਨੇ ਦੀ ਕੋਈ ਗੱਲ ਨਹੀਂ ਹੈ। ਮਾਂ ਜੀ ਦਾ 1 ਹਫ਼ਤੇ ਪਹਿਲਾਂ ਹੀ ਫ਼ੋਨ ਆਇਆ ਸੀ। ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਨੂੰ ਆਉਣ ਵਿੱਚ ਕੁਝ ਹੋਰ ਸਮੇਂ ਲੱਗ ਜਾਵੇਗਾ। ਦਰਅਸਲ ਉੱਥੇ ਸਿਗਨਲ ਦੀ ਸਮੱਸਿਆ ਰਹਿੰਦੀ ਹੈ, ਇਸ ਕਾਰਨ ਉਹਨਾਂ ਦਾ ਫ਼ੋਨ ਵੀ ਨਹੀਂ ਲੱਗ ਰਿਹਾ। ਪਰੇਸ਼ਾਨੀ ਦੀ ਕੋਈ ਗੱਲ ਨਹੀਂ, ਉਹ ਬਿਲਕੁਲ ਠੀਕ ਹਨ। ਇੰਨਾ ਕਹਿ ਕੇ ਨੀਤੂ ਵਾਪਿਸ ਰਸੋਈ ਘਰ ਵਿੱਚ ਖਾਣਾ ਬਣਾਉਣ ਚਲੀ ਗਈ ਅਤੇ ਸੁਖਬੀਰ ਥੋੜ੍ਹੀ ਦੇਰ ਦੇ ਲਈ ਆਪਣੇ ਮਾਂ-ਪਿਤਾ ਜੀ ਦੇ ਕਮਰੇ ਵਿੱਚ ਚਲਾ ਗਿਆ। ਉੱਥੇ ਲੱਗੀ ਪਿਤਾ ਜੀ ਦੀ ਤਸਵੀਰ ਨੂੰ ਦੇਖਦੇ ਹੋਏ ਉਸਦੀ ਅੱਖਾਂ ਵਿੱਚ ਹੰਝੂ ਉਮੜ ਆਏ ਅਤੇ ਕਹਿਣ ਲੱਗਾ, ਦੇਖੋ ਪਿਤਾ ਜੀ, ਅੱਜ ਤੁਹਾਡੇ ਪੁੱਤ ਨੇ ਤੁਹਾਡਾ ਸੁਪਨਾ ਪੂਰਾ ਕਰ ਦਿੱਤਾ ਹੈ। ਅੱਜ ਤੁਹਾਡਾ ਪੁੱਤ ਡਾਕਟਰ ਬਣ ਗਿਆ ਹੈ। ਸੁਖਬੀਰ ਨੂੰ ਉਹ ਦਿਨ ਯਾਦ ਆਉਣ ਲੱਗਾ ਜਦ ਉਸਨੇ ਆਪਣੇ ਪਰਿਵਾਰ ਵਾਲਿਆਂ ਨੂੰ ਇਹ ਖਬਰ ਦਿੱਤੀ ਸੀ ਕਿ ਅੱਗੇ ਦੀ ਡਾਕਟਰੀ ਦੀ ਪੜ੍ਹਾਈ ਦੇ ਲਈ ਉਸਦਾ ਐਡਮਿਸ਼ਨ ਵਿਦੇਸ਼ ਦੇ ਇੱਕ ਬਹੁਤ ਬੜੇ ਕਾਲਜ ਵਿੱਚ ਹੋ ਗਿਆ ਹੈ। ਜਦ ਸੁਖਬੀਰ ਨੇ ਆਪਣੇ ਘਰ ਦੇ ਸਾਰੇ ਲੋਕਾਂ ਨੂੰ ਇਹ ਖੁਸ਼ਖਬਰੀ ਸੁਣਾਈ ਸੀ ਤਾਂ ਪਰਿਵਾਰ ਦੇ ਸਾਰੇ ਲੋਕ ਬਹੁਤ ਖੁਸ਼ ਹੋ ਗਏ ਸੀ। ਉੱਥੇ ਦੂਸਰੀ ਤਰਫ ਉਹਨਾਂ ਦੇ ਮਨ ਵਿੱਚ ਆਪਣੇ ਪੁੱਤ ਤੋਂ ਦੂਰ ਹੋਣੇ ਦੀ ਪੀੜਾ ਵੀ ਉਹਨਾਂ ਦੇ ਚਿਹਰੇ ਤੋਂ ਸਾਫ਼ ਝਲਕ ਰਹੀ ਸੀ। ਦਾਦੀ ਮਾਂ ਤਾਂ ਉਸਦੇ ਵਿਦੇਸ਼ ਜਾਣੇ ਦੀ ਗੱਲ ਸੁਣ ਕੇ ਬਹੁਤ ਜ਼ਿਆਦਾ ਉਦਾਸ ਹੋ ਗਈ ਸੀ, ਕਿਉਂਕਿ ਦਾਦੀ ਦੇ ਨਾਲ ਸੁਖਬੀਰ ਦਾ ਖਾਸ ਲਗਾਵ ਸੀ। ਸੁਖਬੀਰ ਵੀ ਉਹਨਾਂ ਨਾਲ ਬਹੁਤ ਪਿਆਰ ਕਰਦਾ ਸੀ। ਬਚਪਨ ਤੋਂ ਲੈ ਕੇ ਬੜੇ ਹੋਣੇ ਤੱਕ ਸੁਖਬੀਰ ਆਪਣੀ ਦਾਦੀ ਦੇ ਕੋਲ ਹੀ ਸੌਂਦਾ ਸੀ, ਉਹਨਾਂ ਤੋਂ ਕਹਾਣੀ ਸੁਣਿਆ ਕਰਦਾ ਸੀ। ਸੁਖਬੀਰ ਦੇ ਵੱਡੇ ਭਾਈ ਨੇ ਪਿਤਾ ਜੀ ਦਾ ਬਿਜ਼ਨਸ ਸੰਭਾਲ ਲਿਆ ਸੀ ਅਤੇ ਉਸਦੀ ਭਰਜਾਈ ਇੱਕ ਘਰੇਲੂ ਔਰਤ ਸੀ। ਮਾਂ ਤੋਂ ਘਰ ਦਾ ਕੰਮ ਕੁਝ ਜ਼ਿਆਦਾ ਨਹੀਂ ਹੋ ਪਾਉਂਦਾ ਸੀ। ਹੁਣ ਦਾਦੀ ਦੀ ਵੀ ਕਮਰ ਝੁਕ ਗਈ ਸੀ, ਪਰ ਸੰਯੁਕਤ ਪਰਿਵਾਰ ਸੀ ਅਤੇ ਸਾਰੇ ਇੱਕ ਦੂਸਰੇ ਦਾ ਚੰਗੇ ਨਾਲ ਧਿਆਨ ਰੱਖਦੇ ਸੀ। ਸੁਖਬੀਰ ਦੇ ਮਾਤਾ-ਪਿਤਾ ਆਪਣੀ ਮਾਂ ਦੀ ਪੂਰੀ ਸੇਵਾ ਕਰਦੇ ਸੀ। ਦਾਦੀ ਮਾਂ ਦੇ ਖਾਣੇ ਤੋਂ ਲੈ ਕੇ ਦਵਾਈਆਂ ਤੱਕ ਦਾ ਧਿਆਨ ਸੁਖਬੀਰ ਦੀ ਮਾਂ ਸਵਿਤਾ ਜੀ ਹੀ ਰੱਖਦੀ ਸੀ। ਜਦ ਸੁਖਬੀਰ ਨੇ ਉਹਨਾਂ ਨੂੰ ਵਿਦੇਸ਼ ਜਾਣੇ ਦੀ ਗੱਲ ਦੱਸੀ ਤਾਂ ਉਸਦੀ ਮਾਂ ਅਤੇ ਦਾਦੀ ਬਹੁਤ ਦੁਖੀ ਹੋ ਗਈ ਸੀ, ਪਰ ਉਸਦੇ ਪਿਤਾ ਨੇ ਉਸ ਨੂੰ ਪੂਰਾ ਹੌਸਲਾ ਦਿੱਤਾ। ਉਹਨਾਂ ਨੂੰ ਉਸ ਪਰ ਪੂਰਾ ਯਕੀਨ ਸੀ। ਜਿਸ ਦਿਨ ਸੁਖਬੀਰ ਦੀ ਫਲਾਈਟ ਸੀ ਤਾਂ ਘਰ ਤੋਂ ਨਿਕਲਣੇ ਤੋਂ ਪਹਿਲਾਂ ਸੁਖਬੀਰ ਆਪਣੀ ਦਾਦੀ ਦਾ ਆਸ਼ੀਰਵਾਦ ਲੈਣ ਗਿਆ ਤਾਂ ਦਾਦੀ ਮਾਂ ਨੇ ਅਲਮਾਰੀ ਖੋਲ੍ਹ ਕੇ ਦਾਦਾ ਜੀ ਦੀ ਅੰਗੂਠੀ ਕੱਢੀ ਅਤੇ ਆਸ਼ੀਰਵਾਦ ਦੇ ਰੂਪ ਵਿੱਚ ਉਸਦੇ ਹੱਥ ਵਿੱਚ ਰੱਖ ਦਿੱਤੀ ਅਤੇ ਹੰਝੂਆਂ ਨਾਲ ਭਰੀ ਅੱਖਾਂ ਲਈ ਬੜੇ ਪਿਆਰ ਨਾਲ ਉਸਦੀ ਤਰਫ ਦੇਖਣ ਲੱਗੀ। ਜਦ ਸੁਖਬੀਰ ਨੇ ਕਿਹਾ, ਦਾਦੀ ਮਾਂ, ਪਰੇਸ਼ਾਨ ਹੋਣੇ ਦੀ ਕੋਈ ਜ਼ਰੂਰਤ ਨਹੀਂ ਹੈ, ਮੈਂ ਮਿਲਣੇ ਆਉਂਦਾ ਰਹੂੰਗਾ। ਸੁਖਬੀਰ ਨੂੰ ਵਿਦਾ ਕਰਦੇ ਸਮੇਂ ਉਸਦੀ ਮਾਂ ਵੀ ਬਹੁਤ ਭਾਵੁਕ ਹੋ ਗਈ ਸੀ, ਪਰ ਉਸਦੇ ਪਿਤਾ ਜੀ ਨੇ ਉਸ ਨੂੰ ਆਸ਼ੀਰਵਾਦ ਦਿੰਦੇ ਹੋਏ ਬੜੀ ਖੁਸ਼ੀ ਵਿਦਾ ਕੀਤਾ ਸੀ। ਸਾਰਿਆਂ ਦੇ ਆਸ਼ੀਰਵਾਦ ਨਾਲ ਸੁਖਬੀਰ ਨੇ ਵਿਦੇਸ਼ ਵਿੱਚ ਖੂਬ ਮਨ ਲਗਾ ਕੇ ਪੜ੍ਹਾਈ ਕੀਤੀ ਅਤੇ ਆਪਣੀ ਪਾਰਟ ਟਾਈਮ ਨੌਕਰੀ ਤੋਂ ਜੋ ਪੈਸੇ ਉਹ ਕਮਾਉਂਦਾ ਸੀ ਉਸਦਾ ਕੁਝ ਹਿੱਸਾ ਹਰ ਮਹੀਨੇ ਆਪਣੇ ਘਰ ਵੀ ਭੇਜਿਆ ਕਰਦਾ ਸੀ। ਵਿਦੇਸ਼ ਵਿੱਚ ਰਹਿ ਕੇ ਉਸ ਨੂੰ ਆਪਣੇ ਘਰ ਦੀ ਬਹੁਤ ਯਾਦ ਆਉਂਦੀ ਸੀ, ਪਰੰਤੂ ਵੀਜ਼ਾ ਨਾ ਲੱਗ ਪਾਉਣੇ ਦੇ ਕਾਰਨ ਉਹ ਆ ਨਹੀਂ ਪਾਉਂਦਾ ਸੀ। ਅਕਸਰ ਘਰ ਪਰ ਵੀਡੀਓ ਕਾਲ ਪਰ ਉਸਦੀ ਗੱਲ ਹੁੰਦੀ ਰਹਿੰਦੀ ਸੀ, ਪਰੰਤੂ ਪਿਛਲੇ 1-1.5 ਮਹੀਨੇ ਤੋਂ ਕੁਝ ਇਹੋ ਜਿਹਾ ਹੋ ਰਿਹਾ ਸੀ ਕਿ ਆਪਣੀ ਮਾਂ ਅਤੇ ਦਾਦੀ ਮਾਂ ਨਾਲ ਉਸਦੀ ਗੱਲ ਨਹੀਂ ਹੋ ਪਾ ਰਹੀ ਸੀ। ਘਰ ਦੇ ਬਾਕੀ ਲੋਕ ਵੀ ਉਸ ਨਾਲ ਬਹੁਤ ਘੱਟ ਗੱਲ ਕਰਦੇ ਸੀ। ਸੁਖਬੀਰ ਲਗਾਤਾਰ ਆਪਣੇ ਪਿਤਾ ਜੀ ਦੀ ਤਸਵੀਰ ਨੂੰ ਦੇਖਦਾ ਜਾ ਰਿਹਾ ਸੀ। ਜਦੀ ਨੀਤੂ ਕਮਰੇ ਵਿੱਚ ਆਈ ਅਤੇ ਬੋਲੀ, ਦੇਵਰ ਜੀ, ਮੈਂ ਖਾਣਾ ਬਣਾ ਦਿੱਤਾ ਹੈ,
ਤੁਸੀਂ ਹੱਥ ਮੂੰਹ ਧੋ ਕੇ ਆ ਜਾਓ। ਪਰ ਆਪਣੀ ਦਾਦੀ ਅਤੇ ਮਾਂ ਨਾਲ ਇੰਨੇ ਸਾਲਾਂ ਦੇ ਬਾਅਦ ਮਿਲਣੇ ਦਾ ਜੋ ਉਤਸ਼ਾਹ ਸੁਖਬੀਰ ਦੇ ਮਨ ਵਿੱਚ ਸੀ, ਉਹ ਸਾਰਾ ਉਤਸ਼ਾਹ ਠੰਡਾ ਹੋ ਗਿਆ ਸੀ। ਇੰਨੇ ਵਿੱਚ ਉਸਦਾ ਭਤੀਜਾ ਭਤੀਜੀ ਉਸਦੇ ਕੋਲ ਆਏ। ਸਾਡੇ ਲਈ ਕਿਆ ਲਿਆਏ ਹੋ ਚਾਚੂ? ਜਦੀ ਸੁਖਬੀਰ ਨੇ ਉਹਨਾਂ ਦੋਨਾਂ ਨੂੰ ਆਪਣੇ ਬੈਗ ਵਿੱਚ ਤੋਂ ਢੇਰ ਸਾਰੇ ਖਿਡੌਣੇ ਅਤੇ ਚੋਕਲੇਟ ਕੱਢ ਕੇ ਦਿੱਤੇ। ਪਿਤਾ ਜੀ ਤਾਂ ਹੁਣ ਰਹੇ ਨਹੀਂ ਅਤੇ ਮਾਂ ਅਤੇ ਦਾਦੀ ਵੀ ਘਰ ਪਰ ਨਹੀਂ ਹੈ। ਇਹ ਸੋਚ ਕੇ ਸੁਖਬੀਰ ਨੂੰ ਇਹੋ ਜਿਹਾ ਲੱਗ ਰਿਹਾ ਸੀ ਕਿ ਜਿਵੇਂ ਉਸ ਨੂੰ ਆਪਣਾ ਘਰ ਹੀ ਕੱਟਣੇ ਨੂੰ ਦੌੜ ਰਿਹਾ ਹੋ। ਸ਼ਾਮ ਦੇ ਸਮੇਂ ਜਦ ਉਸਦਾ ਵੱਡਾ ਭਾਈ ਘਰ ਵਾਪਿਸ ਆਇਆ ਤਾਂ ਥੋੜ੍ਹੀ ਦੇਰ ਦੇ ਲਈ ਸੁਖਬੀਰ ਨੇ ਉਸ ਨਾਲ ਗੱਲਬਾਤ ਕੀਤੀ, ਪਰੰਤੂ ਅੱਜ ਗੱਲ ਕਰਦੇ ਹੋਏ ਨਾ ਜਾਣੇ ਕਿਉਂ ਉਸ ਨੂੰ ਇਹੋ ਜਿਹਾ ਲੱਗਾ ਕਿ ਕੁਝ ਠੀਕ ਨਹੀਂ ਹੈ। ਉਸ ਨੂੰ ਆਪਣੇ ਭਾਈ ਭਾਬੀ ਦਾ ਵਿਵਹਾਰ ਬਹੁਤ ਅਜੀਬ ਲੱਗ ਰਿਹਾ ਸੀ। ਕੁਝ ਗੜਬੜ ਤਾਂ ਹੈ, ਇਹ ਸੋਚ ਕੇ ਉਸਦਾ ਮਨ ਅਸ਼ਾਂਤ ਹੋ ਰਿਹਾ ਸੀ। ਅਗਲੇ ਦਿਨ ਸੁਖਬੀਰ ਨੇ ਆਪਣੇ ਪਿਤਾ ਜੀ ਦੀ ਤਸਵੀਰ ਦੇ ਅੱਗੇ ਪ੍ਰਣਾਮ ਕੀਤਾ ਅਤੇ ਹਸਪਤਾਲ ਦੇ ਲਈ ਨਿਕਲ ਗਿਆ। ਜਿਵੇਂ ਹੀ ਸੁਖਬੀਰ ਹਸਪਤਾਲ ਪਹੁੰਚਿਆ ਤਾਂ ਹਸਪਤਾਲ ਦੇ ਕਰਮਚਾਰੀ ਝੁਕ ਕੇ ਉਸਦਾ ਨਮਸਕਾਰ ਕਰ ਰਹੇ ਸੀ। ਸੁਖਬੀਰ ਜਿਵੇਂ ਹੀ ਆਪਣੇ ਕੈਬਿਨ ਵਿੱਚ ਪਹੁੰਚਿਆ ਤਾਂ ਸਭ ਤੋਂ ਪਹਿਲਾਂ ਉਸ ਨੇ ਦੀਵਾਰ ਪਰ ਆਪਣੇ ਪਿਤਾ ਜੀ ਦੀ ਤਸਵੀਰ ਲਗਾਈ ਤਾਂ ਕਿ ਉਸਦੇ ਪਿਤਾ ਦਾ ਆਸ਼ੀਰਵਾਦ ਹਮੇਸ਼ਾ ਉਸਦੇ ਨਾਲ ਰਹੇ। ਹਸਪਤਾਲ ਵਿੱਚ ਸਾਰੇ ਲੋਕ ਉਸ ਨਾਲ ਬੜੀ ਇੱਜ਼ਤ ਨਾਲ ਗੱਲ ਕਰ ਰਹੇ ਸੀ। ਸੁਖਬੀਰ ਨੂੰ ਵੀ ਮਰੀਜ਼ਾਂ ਦਾ ਦੁੱਖ ਦੂਰ ਕਰਕੇ ਬਹੁਤ ਚੰਗਾ ਮਹਿਸੂਸ ਹੋ ਰਿਹਾ ਸੀ। ਦੁਪਹਿਰ ਦੇ ਸਮੇਂ ਜਦ ਸੁਖਬੀਰ ਮਰੀਜ਼ਾਂ ਦਾ ਹਾਲ ਚਾਲ ਜਾਣਨੇ ਦੇ ਲਈ ਹਸਪਤਾਲ ਵਿੱਚ ਰਾਊਂਡ ਪਰ ਨਿਕਲਿਆ ਤਾਂ ਹਸਪਤਾਲ ਦੇ ਬੈੱਡ ਪਰ ਲੇਟੀ ਇੱਕ ਬੁੱਢੀ ਅੰਮਾ ਨੂੰ ਦੇਖ ਕੇ ਉਸਦਾ ਦਿਲ ਤਰਸ ਨਾਲ ਭਰ ਆਇਆ। ਉਸ ਬੁੱਢੀ ਅੰਮਾ ਦੇ ਸੁੱਕੇ ਹੋਏ ਸਰੀਰ ਨੂੰ ਦੇਖ ਕੇ ਲੱਗਿਆ ਕਿ ਜਿਵੇਂ ਕਿ ਉਹ ਕੁਝ ਜਾਣੀ ਪਹਿਚਾਨੀ ਹਨ। ਉਹ ਦੀਵਾਰ ਦੀ ਤਰਫ ਚਿਹਰਾ ਕੀਤੇ ਸੋ ਰਹੀ ਸੀ। ਜਗ੍ਹਾ ਜਗ੍ਹਾ ਤੋਂ ਫਟੀ ਹੋਈ ਸਾੜੀ ਨਾਲ ਆਪਣੇ ਸਿਰ ਨੂੰ ਢੱਕ ਰੱਖਿਆ ਸੀ। ਚਾਂਦੀ ਜਿਹੇ ਚਮਕਦੇ ਹੋਏ ਵਾਲ ਉਸਦੇ ਫਟੇ ਪੱਲੂ ਤੋਂ ਝਾਕ ਰਹੇ ਸੀ। ਉਸ ਬੁੱਢੀ ਅੰਮਾ ਨੂੰ ਦੇਖ ਕੇ ਸੁਖਬੀਰ ਨੂੰ ਕੁਝ ਆਕਰਸ਼ਣ ਜਿਹਾ ਮਹਿਸੂਸ ਹੋ ਰਿਹਾ ਸੀ। ਸੁਖਬੀਰ ਜਦ ਕੈਬਿਨ ਦੀ ਤਰਫ ਵਾਪਿਸ ਆਉਣ ਲੱਗਾ, ਉਸੀ ਸਮੇਂ ਸਾਰੇ ਸਫਾਈ ਕਰਮਚਾਰੀ ਸਾਫ਼ ਸਫਾਈ ਅਤੇ ਝਾੜੂ ਪੋਚਾ ਕਰਨੇ ਵਿੱਚ ਲੱਗੇ ਹੋਏ ਸੀ। ਫੋਨ ਪਰ ਗੱਲ ਕਰਦੇ ਕਰਦੇ ਅਚਾਨਕ ਸੁਖਬੀਰ ਦੇ ਕੰਨਾਂ ਵਿੱਚ ਇੱਕ ਗੂੰਜਦੀ ਆਵਾਜ਼ ਸੁਣਾਈ ਦਿੱਤੀ। ਉਸ ਨੇ ਦੇਖਿਆ ਕਿ ਹਸਪਤਾਲ ਦੀ ਨਰਸ ਇੱਕ ਅਧੇੜ ਉਮਰ ਦੀ ਸਫਾਈ ਕਰਮਚਾਰੀ ਪਰ ਜ਼ੋਰ-ਜ਼ੋਰ ਨਾਲ ਚੀਕ ਰਹੀ ਸੀ, ਜਦ ਤੁਸੀਂ ਲੋਕਾਂ ਤੋਂ ਕੰਮ ਬਣ ਹੀ ਨਹੀਂ ਪਾਉਂਦਾ ਤਾਂ ਨੌਕਰੀ ਕਿਉਂ ਫੜ ਲੈਂਦੀ ਹੋ? ਘਰ ਕਿਉਂ ਨਹੀਂ ਬੈਠ ਜਾਂਦੀ? ਢੰਗ ਨਾਲ ਪੋਚਾ ਤੱਕ ਨਹੀਂ ਲਗਾਇਆ ਜਾਂਦਾ ਤਾਂ ਇੱਥੇ ਕਿਆ ਕਰ ਰਹੀ ਹੋ? ਉਹ ਬੇਚਾਰੀ ਮਹਿਲਾ ਸਫਾਈ ਕਰਮਚਾਰੀ ਸਿਰ ਝੁਕਾਏ ਚੁੱਪਚਾਪ ਉਸਦੀ ਗੱਲਾਂ ਸੁਣਦੀ ਜਾ ਰਹੀ ਸੀ। ਇਹ ਦੇਖ ਕੇ ਸੁਖਬੀਰ ਨੂੰ ਬਹੁਤ ਬੁਰਾ ਲੱਗਾ। ਜਿਵੇਂ ਹੀ ਉਹ ਉਸ ਤਰਫ ਗਿਆ, ਉਸ ਨੂੰ ਉਸ ਮਹਿਲਾ ਕਰਮਚਾਰੀ ਵਿੱਚ ਆਪਣੀ ਮਾਂ ਦੀ ਛਵੀ ਨਜ਼ਰ ਆਉਣ ਲੱਗੀ। ਫਿਰ ਸੋਚਣ ਲੱਗਾ ਕਿ ਮਾਂ ਇੱਥੇ ਕਿਵੇਂ ਹੋ ਸਕਦੀ ਹੈ। ਇਹ ਸੋਚਦੇ ਹੋਏ ਜਿਵੇਂ ਹੀ ਥੋੜ੍ਹਾ ਹੋਰ ਨਜ਼ਦੀਕ ਆਇਆ, ਅਚਾਨਕ ਉਸਦੇ ਦਿਲ ਦੀ ਧੜਕਣ ਤੇਜ਼ ਹੋ ਗਈ। ਉਸਦੀ ਅੱਖਾਂ ਦੇ ਅੱਗੇ ਅੰਧੇਰਾ ਛਾ ਗਿਆ। ਉਸ ਔਰਤ ਨੂੰ ਦੇਖ ਕੇ ਸੁਖਬੀਰ ਦੰਗ ਰਹਿ ਗਿਆ, ਕਿਉਂਕਿ ਉਹ ਸਫਾਈ ਕਰਮਚਾਰੀ ਸੱਚ ਵਿੱਚ ਹੀ ਉਸਦੀ ਮਾਂ ਹੀ ਸੀ। ਉਸਦੀ ਮਾਂ ਦੀ ਅੱਖਾਂ ਤੋਂ ਹੰਝੂ ਵਹਿੰਦੇ ਜਾ ਰਹੇ ਸੀ। ਜਦੀ ਉਹ ਨਰਸ ਬਦਤਮੀਜ਼ੀ ਨਾਲ ਬੋਲੀ, ਮੈਂ ਅੱਜ ਹੀ ਤੇਰੀ ਸ਼ਿਕਾਇਤ ਕਰਕੇ ਤੈਨੂੰ ਨੌਕਰੀ ਤੋਂ ਕਢਵਾਉਂਦੀ ਹਾਂ। ਉਸੀ ਸਮੇਂ ਸੁਖਬੀਰ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਨਰਸ ਨੂੰ ਝਿੜਕਦੇ ਹੋਏ ਬੋਲਿਆ, ਨੌਕਰੀ ਤੋਂ ਤਾਂ ਮੈਂ ਕਢਵਾਊਂਗਾ। ਤੇਰੀ ਹਿੰਮਤ ਕਿਵੇਂ ਹੋਈ ਆਪਣੇ ਤੋਂ ਬੜੀ ਉਮਰ ਦੀ ਔਰਤ ਨਾਲ ਇਵੇਂ ਗੱਲ ਕਰਨੇ ਦੀ? ਉਹ ਕੋਈ ਨੌਕਰਾਨੀ ਨਹੀਂ ਬਲਕਿ ਮੇਰੀ ਮਾਂ ਹੈ। ਇਹ ਸੁਣ ਕੇ ਨਰਸ ਦਾ ਮੂੰਹ ਖੁੱਲ੍ਹਾ ਦਾ ਖੁੱਲ੍ਹਾ ਰਹਿ ਗਿਆ। ਸਾਰੇ ਲੋਕ ਹੈਰਾਨੀ ਨਾਲ ਸੁਖਬੀਰ ਦੀ ਤਰਫ ਦੇਖਣ ਲੱਗੇ।
ਜਦੀ ਸੁਖਬੀਰ ਦੇ ਮੂੰਹ ਤੋਂ ਨਿਕਲਿਆ, ਮਾਂ ਤੁਸੀਂ ਇੱਥੇ ਇਸ ਹਾਲਤ ਵਿੱਚ? ਤੁਸੀਂ ਤਾਂ ਤੀਰਥ ਯਾਤਰਾ ਪਰ ਗਈ ਸੀ ਨਾ, ਤਾਂ ਫਿਰ ਤੁਸੀਂ ਇੱਥੇ ਕਿਵੇਂ? ਅਤੇ ਦਾਦੀ ਕਿੱਥੇ ਹੈ? ਆਪਣੇ ਪੁੱਤ ਨੂੰ ਦੇਖ ਕੇ ਸਵਿਤਾ ਜੀ ਆਪਣੇ ਪੁੱਤ ਦੇ ਗਲੇ ਲੱਗ ਕੇ ਫੁੱਟ-ਫੁੱਟ ਕੇ ਰੋਣ ਲੱਗੀ ਅਤੇ ਉਸੀ ਹਸਪਤਾਲ ਦੇ ਬੈੱਡ ਪਰ ਲੇਟੀ ਉਸੀ ਬੁੱਢੀ ਅੰਮਾ ਦੇ ਕੋਲ ਲੈ ਗਈ ਜੋ ਫਟੀ ਹੋਈ ਸਾੜੀ ਵਿੱਚ ਨਿਢਾਲ ਲੇਟੀ ਹੋਈ ਸੀ। ਆਪਣੀ ਮਾਂ ਅਤੇ ਦਾਦੀ ਨੂੰ ਇਸ ਹਾਲਤ ਵਿੱਚ ਦੇਖ ਕੇ ਸੁਖਬੀਰ ਦਾ ਦਿਲ ਤਰਸ ਨਾਲ ਭਰ ਆਇਆ। ਜਦੀ ਉਸਦੀ ਦਾਦੀ ਵੀ ਨੀਂਦ ਤੋਂ ਜਾਗ ਗਈ। ਸਵਿਤਾ ਜੀ ਨੇ ਕਿਹਾ, ਦੇਖੋ ਅੰਮਾ ਜੀ, ਕੌਣ ਆਇਆ ਹੈ? ਤੁਹਾਡਾ ਪੋਤਾ ਹੁਣ ਡਾਕਟਰ ਬਣ ਚੁੱਕਾ ਹੈ। ਸਾਹਮਣੇ ਆਪਣੇ ਡਾਕਟਰ ਪੋਤੇ ਨੂੰ ਦੇਖ ਕੇ ਦਾਦੀ ਦੀ ਅੱਖਾਂ ਵਿੱਚ ਹੰਝੂ ਉਮੜ ਆਏ ਅਤੇ ਬੜੇ ਪਿਆਰ ਨਾਲ ਆਪਣੇ ਪੋਤੇ ਦੇ ਚਿਹਰੇ ਪਰ ਹੱਥ ਫੇਰ ਕੇ ਉਸ ਨੂੰ ਖੂਬ ਆਸ਼ੀਰਵਾਦ ਦਿੱਤੇ। ਪਰ ਸੁਖਬੀਰ ਦੇ ਮਨ ਵਿੱਚ ਹਜ਼ਾਰਾਂ ਸਵਾਲ ਉੱਠ ਰਹੇ ਸੀ। ਉਹ ਬੋਲਿਆ, ਮਾਂ ਦਾਦੀ, ਹੁਣ ਤੁਸੀਂ ਬਿਲਕੁਲ ਚਿੰਤਾ ਨਾ ਕਰੋ, ਮੈਂ ਆ ਗਿਆ ਹਾਂ ਨਾ। ਤੁਸੀਂ ਮੈਨੂੰ ਦੱਸੋ ਕਿਆ ਗੱਲ ਹੈ? ਜਦੀ ਦਾਦੀ ਨੇ ਕੰਬਦੀ ਆਵਾਜ਼ ਵਿੱਚ ਕਿਹਾ, ਪੁੱਤ ਤੇਰੇ ਪਿਤਾ ਜੀ ਦੇ ਜਾਣੇ ਦੇ ਤੁਰੰਤ ਬਾਅਦ ਹੀ ਤੇਰੇ ਵੱਡੇ ਭਾਈ ਸੁਮਿਤ ਨੇ ਤੇਰੇ ਪਿਤਾ ਦੇ ਸਾਰੇ ਕਾਰੋਬਾਰ ਨੂੰ ਹਥਿਆ ਲਿਆ ਅਤੇ ਪੁੱਤ ਤੂੰ ਤਾਂ ਜਾਣਦਾ ਹੀ ਹੈ ਕਿ ਤੇਰੇ ਪਿਤਾ ਜੀ ਦੇ ਕੋਲ ਜਿੰਨੀ ਵੀ ਜਮ੍ਹਾਂ ਪੂੰਜੀ ਸੀ ਉਹਨਾਂ ਨੇ ਮਕਾਨ ਬਣਵਾਉਣੇ ਵਿੱਚ ਖਰਚ ਕਰ ਦਿੱਤੀ। ਆਪਣੇ ਬੁਢਾਪੇ ਦੇ ਲਈ ਬਿਲਕੁਲ ਵੀ ਪੈਸੇ ਨਹੀਂ ਜੋੜੇ ਸੀ। ਪਰ ਹੁਣ ਤੇਰੇ ਪਿਤਾ ਜੀ ਦੇ ਜਾਣੇ ਦੇ ਬਾਅਦ ਤੇਰੀ ਮਾਂ ਨੂੰ ਦਵਾਈਆਂ ਦੇ ਲਈ ਅਤੇ ਛੋਟੀ-ਛੋਟੀ ਜ਼ਰੂਰਤਾਂ ਦੇ ਲਈ ਪੈਸੇ ਚਾਹੀਦੇ ਹੁੰਦੇ ਸੀ ਤਾਂ ਤੇਰੇ ਭਾਈ ਭਾਬੀ ਦੇ ਅੱਗੇ ਹੱਥ ਫੈਲਾਣੇ ਪੈਂਦੇ ਸੀ ਅਤੇ ਉਹਨਾਂ ਦੋਨਾਂ ਨੂੰ ਤਾਂ 50 ਰੁਪਏ ਦੇਣੇ ਵਿੱਚ ਵੀ ਆਫਤ ਆ ਜਾਂਦੀ ਸੀ। ਨੀਤੂ ਨੂੰ ਆਏ ਦਿਨ ਮਾਰਕੀਟ ਜਾਂਦੀ ਸੀ ਅਤੇ ਆਪਣੇ ਲਈ ਨਵੇਂ ਤੋਂ ਨਵੇਂ ਕੱਪੜੇ ਖਰੀਦ ਕੇ ਲਿਆਂਦੀ ਸੀ। ਉਸ ਨਾਲ ਸੁਮਿਤ ਨੂੰ ਕੋਈ ਦਿੱਕਤ ਨਹੀਂ ਹੁੰਦੀ ਸੀ। ਪਰ ਜੇਕਰ ਤੇਰੀ ਮਾਂ ਨੇ 500 ਰੁਪਏ ਵੀ ਮੰਗ ਲਏ ਤਾਂ ਘਰ ਵਿੱਚ ਕਲੇਸ਼ ਸ਼ੁਰੂ ਹੋ ਜਾਂਦਾ ਸੀ। ਇੱਥੇ ਤੱਕ ਕਿ ਖਾਣੇ ਪੀਣੇ ਅਤੇ ਦਵਾਈਆਂ ਦੇ ਲਈ ਵੀ ਉਹ ਦੋਵੇਂ ਤੇਰੀ ਮਾਂ ਨੂੰ ਤੰਗ ਕਰਨ ਲੱਗੇ। ਤੇਰੀ ਭਾਬੀ ਬਸ ਆਪਣੇ ਪਤੀ ਅਤੇ ਬੱਚਿਆਂ ਦੇ ਲਈ ਸਵੇਰੇ ਸ਼ਾਮ ਦਾ ਖਾਣਾ ਬਣਾਉਂਦੀ ਸੀ ਅਤੇ ਬਾਕੀ ਦੇ ਸਾਰੇ ਕੰਮ ਤੇਰੀ ਮਾਂ ਤੋਂ ਕਰਵਾਉਂਦੀ ਸੀ। ਝਾੜੂ ਪੋਚਾ ਭਾਂਡੇ ਸਾਰੇ ਕੰਮ ਮੇਰੀ ਨੂੰਹ ਕਰਦੀ ਸੀ ਅਤੇ ਜਦ ਮੇਰੇ ਅਤੇ ਆਪਣੇ ਲਈ 2 ਰੋਟੀਆਂ ਬਣਾਉਣ ਲੱਗਦੀ ਸੀ ਤਾਂ ਤੇਰੀ ਭਾਬੀ 10 ਗੱਲਾਂ ਸੁਣਾਉਂਦੀ ਸੀ ਤੇਰੀ ਮਾਂ ਨੂੰ। ਮੈਨੂੰ ਇਹ ਸਭ ਦੇਖ ਕੇ ਬੜਾ ਦੁੱਖ ਹੁੰਦਾ ਸੀ ਅਤੇ ਜੇਕਰ ਮੈਂ ਕੁਝ ਕਹਿੰਦੀ ਸੀ ਤਾਂ ਜ਼ੋਰ ਨਾਲ ਚੀਕ ਕੇ ਮੈਨੂੰ ਡਰਾ ਧਮਕਾ ਕੇ ਚੁੱਪ ਕਰਾ ਦਿੰਦੀ ਸੀ ਅਤੇ ਕਹਿੰਦੀ ਸੀ, ਇੱਕ ਤਾਂ ਪਏ ਸਾਡੇ ਖਰਚੇ ਵਧਾ ਰਹੀ ਹੈ, ਉੱਪਰ ਤੋਂ ਮੈਨੂੰ ਹੀ ਗਿਆਨ ਦਿੰਦੀ ਹੈ। ਚੁੱਪਚਾਪ ਇੱਕ ਕੋਨੇ ਵਿੱਚ ਪਈ ਰਹਿ, ਨਹੀਂ ਤਾਂ ਧੱਕੇ ਮਾਰ ਕੇ ਘਰ ਤੋਂ ਬਾਹਰ ਕੱਢ ਦੂੰਗੀ। ਤੈਨੂੰ ਨਹੀਂ ਪਤਾ ਪੁੱਤ, ਤੇਰੇ ਜਾਣੇ ਦੇ ਬਾਅਦ ਅਸੀਂ ਕਿੰਨੇ ਦੁੱਖ ਝੇਲੇ ਹਨ। ਇਹੋ ਜਿਹਾ ਕਹਿੰਦੇ ਹੋਏ ਦਾਦੀ ਰੋਣ ਲੱਗੀ। ਜਦੀ ਸੁਖਬੀਰ ਦੀ ਮਾਂ ਸਵਿਤਾ ਨੇ ਅੰਮਾ ਦੇ ਹੰਝੂ ਪੂੰਝਦੇ ਹੋਏ ਕਿਹਾ, ਪੁੱਤ ਅਸੀਂ ਲੋਕਾਂ ਦੇ ਨਾਲ ਕਿਆ ਗੁਜ਼ਰੀ ਹੈ ਇਹ ਤਾਂ ਸਿਰਫ ਅਸੀਂ ਹੀ ਜਾਣਦੇ ਹਾਂ। ਅੰਮਾ ਜੀ ਦੀ ਦਵਾਈਆਂ ਦੇ ਲਈ ਤਾਂ ਸੁਮਿਤ ਤੋਂ ਬੜੀ ਮੁਸ਼ਕਿਲ ਨਾਲ ਪੈਸੇ ਨਿਕਲਵਾ ਪਾਉਂਦੀ ਸੀ। ਪਰ ਜਦ ਮੇਰੀ ਵੀ ਤਬੀਅਤ ਖਰਾਬ ਰਹਿਣ ਲੱਗੀ ਅਤੇ ਮੈਂ ਉਸ ਤੋਂ ਆਪਣੀ ਦਵਾਈਆਂ ਦੇ ਲਈ ਪੈਸੇ ਮੰਗਣੇ ਚਾਹੇ, ਜਦੀ ਨੀਤੂ ਨੂੰਹ ਨੇ ਘਰ ਵਿੱਚ ਕਲੇਸ਼ ਸ਼ੁਰੂ ਕਰ ਦਿੱਤਾ ਅਤੇ ਕਹਿਣ ਲੱਗੀ, ਕੋਈ ਕੰਮ ਧੰਦਾ ਤਾਂ ਕਰਦੀ ਨਹੀਂ ਹੈ, ਬਸ ਮੇਰੀ ਛਾਤੀ ਪਰ ਬੋਝ ਬਣ ਕੇ ਬੈਠੀ ਹੋਈ ਹੈ ਤੇਰੀ ਮਾਂ ਅਤੇ ਦਾਦੀ। ਹੁਣ ਮੈਂ ਇਹਨਾਂ ਲੋਕਾਂ ਦੇ ਨਾਲ ਨਹੀਂ ਰਹਿ ਸਕਦੀ ਹਾਂ। ਆਏ ਦਿਨ ਤਾਂ ਬਿਮਾਰ ਪਏ ਰਹਿੰਦੇ ਹਨ। ਤੇਰੀ ਮਾਂ ਵੀ ਹੁਣ ਕੋਈ ਕੰਮ ਨਹੀਂ ਕਰ ਪਾਉਂਦੀ। ਮੇਰੇ ਵੱਸ ਦਾ ਨਹੀਂ ਹੈ ਇਹਨਾਂ ਨੂੰ ਬਣਾ ਕੇ ਖਿਲਾਣਾ। ਤੁਸੀਂ ਇਹੋ ਜਿਹਾ ਕਰੋ ਕਿ ਜਾਂ ਤਾਂ ਇਹਨਾਂ ਨੂੰ ਕਿਸੇ ਬਿਰਧ ਆਸ਼ਰਮ ਵਿੱਚ ਛੱਡ ਦਿਓ ਜਾਂ ਫਿਰ ਘਰ ਤੋਂ ਨਿਕਾਲ ਦਿਓ। ਨੀਤੂ ਨੂੰਹ ਦੀ ਇਹ ਗੱਲਾਂ ਸੁਣ ਕੇ ਮੈਨੂੰ ਐਸਾ ਲੱਗਾ ਕਿ ਸੁਮਿਤ ਉਸਦੇ ਥੱਪੜ ਲਗਾ ਦੇਵੇਗਾ ਅਤੇ ਕਹੇਗਾ ਕਿ ਮੇਰੀ ਮਾਂ ਅਤੇ ਦਾਦੀ ਦੇ ਬਾਰੇ ਵਿੱਚ ਇਹੋ ਜਿਹਾ ਬੋਲਣੇ ਦੀ ਤੇਰੀ ਹਿੰਮਤ ਕਿਵੇਂ ਹੋਈ।
ਪਰ ਪੁੱਤ ਮੈਂ ਤਾਂ ਹੈਰਾਨ ਰਹਿ ਗਈ ਇਹ ਦੇਖ ਕੇ ਕਿ ਸੁਮਿਤ ਨੂੰ ਤਾਂ ਨੂੰਹ ਦੀ ਹਰ ਗੱਲ ਸਹੀ ਲੱਗ ਰਹੀ ਸੀ। ਇਸ ਗੱਲ ਦੇ ਬਾਅਦ ਕਰੀਬ 4-5 ਦਿਨ ਮੁਸ਼ਕਿਲ ਨਾਲ ਬੀਤੇ ਹੋਣਗੇ ਕਿ ਸੁਮਿਤ ਮੈਨੂੰ ਕਹਿਣ ਲੱਗਾ ਕਿ ਮੈਂ ਗੁੜਗਾਂਵ ਵਿੱਚ ਰਹਿਣੇ ਵਾਲੇ ਆਪਣੇ ਦੋਸਤ ਨਾਲ ਅੰਮਾ ਦੀ ਤਬੀਅਤ ਦੇ ਬਾਰੇ ਵਿੱਚ ਗੱਲ ਕੀਤੀ ਹੈ। ਉਹ ਗੁੜਗਾਂਵ ਦੇ ਇੱਕ ਬੜੇ ਹਸਪਤਾਲ ਵਿੱਚ ਕੰਮ ਕਰਦਾ ਹੈ। ਉਸਨੇ ਡਾਕਟਰ ਤੋਂ ਕੱਲ੍ਹ ਦੀ ਅਪਾਇੰਟਮੈਂਟ ਫਿਕਸ ਕਰਵਾ ਦਿੱਤੀ ਹੈ। ਤੁਹਾਡੀ ਵੀ ਤਬੀਅਤ ਠੀਕ ਨਹੀਂ ਰਹਿੰਦੀ ਤਾਂ ਤੁਹਾਨੂੰ ਵੀ ਨਾਲ ਲੈ ਜਾਣਗੇ। ਬਸ ਤੁਸੀਂ ਕੱਲ੍ਹ ਤਿਆਰ ਰਹਿਣਾ ਅਤੇ ਹਾਂ, ਉੱਥੇ 2-4 ਦਿਨ ਰੁਕਣਾ ਪੈ ਸਕਦਾ ਹੈ। ਇਸ ਲਈ ਆਪਣੇ ਅਤੇ ਦਾਦੀ ਦੇ 2-2 ਜੋੜੀ ਕੱਪੜੇ ਵੀ ਚੁੱਕ ਲੈਣਾ। ਪੁੱਤ ਮੈਂ ਤਾਂ ਬਹੁਤ ਖੁਸ਼ ਹੋ ਗਈ ਸੀ ਕਿ ਚਲੋ ਸਾਡੇ ਪੁੱਤ ਨੂੰ ਸਾਡੀ ਕੁਝ ਤਾਂ ਚਿੰਤਾ ਹੈ। ਇਸ ਲਈ ਮੈਂ ਜਲਦੀ ਨਾਲ ਪੈਕਿੰਗ ਵੀ ਕਰ ਲਈ। ਅਗਲੇ ਦਿਨ ਨੀਤੂ ਅਤੇ ਸੁਮਿਤ ਸਾਨੂੰ ਗੱਡੀ ਵਿੱਚ ਬਿਠਾ ਕੇ ਲੈ ਕੇ ਆਏ। ਉਹਨਾਂ ਨੇ ਬਾਹਰ ਲੱਗੇ ਬਰਗਦ ਦੇ ਪੇੜ ਦੇ ਨੀਚੇ ਸਾਨੂੰ ਬਿਠਾ ਦਿੱਤਾ ਅਤੇ ਇਹ ਕਹਿ ਕੇ ਦੋਵੇਂ ਚਲੇ ਗਏ ਕਿ ਅਸੀਂ ਡਾਕਟਰ ਤੋਂ ਨੰਬਰ ਲਗਵਾ ਕੇ ਆਉਂਦੇ ਹਾਂ। ਮੈਂ ਅਤੇ ਅੰਮਾ ਬਹੁਤ ਦੇਰ ਤੱਕ ਇੱਥੇ ਬੈਠੇ ਰਹੇ ਅਤੇ ਉਹਨਾਂ ਦੋਨਾਂ ਦੇ ਆਉਣੇ ਦਾ ਇੰਤਜ਼ਾਰ ਕਰਦੇ ਰਹੇ ਕਿ ਕਦ ਉਹ ਲੋਕ ਆਉਣਗੇ ਅਤੇ ਸਾਨੂੰ ਡਾਕਟਰ ਦੇ ਕੋਲ ਦਿਖਾਉਣ ਦੇ ਲਈ ਲੈ ਜਾਣਗੇ। ਬੈਠੇ ਬੈਠੇ ਨਾ ਜਾਣੇ ਕਿੰਨੇ ਘੰਟੇ ਬੀਤ ਗਏ, ਪਰ ਨਾ ਤਾਂ ਸੁਮਿਤ ਵਾਪਿਸ ਆਇਆ, ਨਾ ਹੀ ਨੀਤੂ ਨੂੰ ਦਾ ਕੁਝ ਪਤਾ ਸੀ। ਮੈਨੂੰ ਤਾਂ ਚਿੰਤਾ ਹੋ ਰਹੀ ਸੀ ਕਿ ਆਖਿਰ ਉਹ ਲੋਕ ਰਹਿ ਕਿੱਥੇ ਗਏ। ਮੈਂ ਹਸਪਤਾਲ ਦੇ ਬਾਹਰ ਘਬਰਾਈ ਹੋਈ ਹਰ ਜਗ੍ਹਾ ਆਪਣੇ ਪੁੱਤ ਨੂੰ ਲੱਭਣ ਲੱਗੀ। ਲੱਭਦੇ ਲੱਭਦੇ ਸ਼ਾਮ ਹੋ ਗਈ, ਪਰ ਉਹਨਾਂ ਦੋਨਾਂ ਦਾ ਕੁਝ ਅਤਾ ਪਤਾ ਨਹੀਂ ਸੀ। ਪਰ ਜੋ ਗੱਲ ਮੈਂ ਨਹੀਂ ਸਮਝ ਪਾਈ, ਉਹ ਗੱਲ ਅੰਮਾ ਜੀ ਸਮਝ ਗਈ ਕਿ ਉਹ ਦੋਵੇਂ ਸਾਨੂੰ ਇੰਨੇ ਬੜੇ ਸ਼ਹਿਰ ਵਿੱਚ ਕਿਸੇ ਬੜੇ ਡਾਕਟਰ ਨੂੰ ਦਿਖਾਣੇ ਦੇ ਲਈ ਨਹੀਂ ਲੈ ਕੇ ਆਏ ਸੀ, ਬਲਕਿ ਉਹ ਤਾਂ ਸਾਡੇ ਤੋਂ ਛੁਟਕਾਰਾ ਪਾਉਣੇ ਦੇ ਲਈ ਇੱਥੇ ਲੈ ਕੇ ਆਏ ਸੀ ਅਤੇ ਇੰਨੇ ਵੱਡੇ ਸ਼ਹਿਰ ਵਿੱਚ ਸਾਨੂੰ ਭੀਖ ਮੰਗਣੇ ਦੇ ਲਈ ਛੱਡ ਕੇ ਚਲੇ ਗਏ ਹਨ। ਆਪਣੇ ਭਾਈ ਭਾਬੀ ਦੀ ਕਰਤੂਤ ਸੁਣ ਕੇ ਸੁਖਬੀਰ ਨੂੰ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਸੀ। ਜਦ ਸਵਿਤਾ ਜੀ ਅੱਖਾਂ ਵਿੱਚ ਹੰਝੂ ਲਈ ਬੋਲੀ, ਬੇਸਹਾਰਾ ਕਰਨੇ ਤੋਂ ਪਹਿਲਾਂ ਉਹਨਾਂ ਦੋਨਾਂ ਨੇ ਸਾਡੇ ਬਾਰੇ ਵਿੱਚ ਇੱਕ ਵਾਰ ਵੀ ਨਹੀਂ ਸੋਚਿਆ। ਮੈਂ ਅੰਮਾ ਜੀ ਦੇ ਮੋਢੇ ਪਰ ਸਿਰ ਰੱਖ ਕੇ ਫੁੱਟ-ਫੁੱਟ ਕੇ ਰੋਣ ਲੱਗੀ ਕਿ ਅਸੀਂ ਆਖਿਰ ਕਿਆ ਕਮੀ ਛੱਡ ਦਿੱਤੀ ਸੀ ਆਪਣੇ ਬੱਚਿਆਂ ਦੀ ਪਰਵਰਿਸ਼ ਵਿੱਚ, ਜੋ ਆਪਣੇ ਹੀ ਪੁੱਤ ਨੇ ਸਾਨੂੰ ਇਹ ਦਿਨ ਦਿਖਾ ਦਿੱਤਾ। ਪਰ ਉਸੇ ਸਮੇਂ ਮੈਂ ਮਹਿਸੂਸ ਕੀਤਾ ਕਿ ਅੰਮਾ ਜੀ ਨੂੰ ਤੇਜ਼ ਬੁਖਾਰ ਹੋ ਰਿਹਾ ਸੀ। ਮੈਂ ਬਿਨਾਂ ਕੁਝ ਸੋਚੇ ਸਮਝੇ ਅੰਮਾ ਜੀ ਨੂੰ ਹਸਪਤਾਲ ਲੈ ਗਈ। ਡਾਕਟਰ ਨੂੰ ਦਿਖਾਇਆ ਤਾਂ ਅੰਮਾ ਜੀ ਨੂੰ ਹਸਪਤਾਲ ਵਿੱਚ ਐਡਮਿਟ ਕਰਨੇ ਦੀ ਸਲਾਹ ਦਿੱਤੀ। ਪਰ ਪੁੱਤ ਇੰਨੇ ਪੈਸੇ ਤਾਂ ਮੇਰੇ ਕੋਲ ਸੀ ਵੀ ਨਹੀਂ ਕਿ ਮੈਂ ਇੰਨੇ ਬੜੇ ਹਸਪਤਾਲ ਦਾ ਖਰਚ ਚੁੱਕ ਪਾਉਂਦੀ। ਬਸ ਹੱਥ ਵਿੱਚ ਤੇਰੇ ਪਿਤਾ ਜੀ ਦੀ ਦਿੱਤੀ ਹੋਈ ਸੋਨੇ ਦੀ ਅੰਗੂਠੀ ਸੀ, ਉਸੀ ਨੂੰ ਵੇਚ ਕੇ ਜਿਵੇਂ ਤਿਵੇਂ ਕੁਝ ਪੈਸਿਆਂ ਦਾ ਇੰਤਜ਼ਾਮ ਕੀਤਾ ਤਾਂ ਅੰਮਾ ਜੀ ਦਾ ਇਲਾਜ ਸ਼ੁਰੂ ਹੋ ਪਾਇਆ। ਪਰ ਉਹ ਪੈਸੇ ਆਖਿਰ ਕਦ ਤੱਕ ਚੱਲਦੇ। 3 ਹੀ ਦਿਨ ਵਿੱਚ ਸਾਰੇ ਪੈਸੇ ਖਤਮ ਹੋ ਗਏ ਅਤੇ ਹਸਪਤਾਲ ਵਾਲਿਆਂ ਨੇ ਕਹਿ ਦਿੱਤਾ ਕਿ ਜੇਕਰ ਪੈਸੇ ਨਹੀਂ ਹਨ ਤਾਂ ਇੱਥੇ ਇਲਾਜ ਨਹੀਂ ਹੋ ਪਾਵੇਗਾ। ਮੈਂ ਅੱਜ ਤੱਕ ਖੁਦ ਨੂੰ ਕਦੀ ਇੰਨਾ ਲਾਚਾਰ ਮਹਿਸੂਸ ਨਹੀਂ ਕੀਤਾ ਸੀ। ਅੰਮਾ ਜੀ ਦੀ ਹਾਲਤ ਦੇਖ ਕੇ ਮੈਂ ਤਾਂ ਬਸ ਰੋਂਦੇ ਜਾ ਰਹੀ ਸੀ। ਜਦ ਇੱਕ ਸਫਾਈ ਕਰਮਚਾਰੀ ਮੇਰੇ ਕੋਲ ਆ ਕੇ ਮੈਨੂੰ ਰੋਣੇ ਦਾ ਕਾਰਨ ਪੁੱਛਣ ਲੱਗੀ ਤਾਂ ਮੈਂ ਉਸ ਨੂੰ ਆਪਣਾ ਸਾਰਾ ਹਾਲ ਕਹਿ ਸੁਣਾਇਆ। ਫਿਰ ਉਸਨੇ ਪੁੱਛਿਆ ਕਿ ਜੇਕਰ ਤੁਹਾਨੂੰ ਨੌਕਰੀ ਦਿੱਤੀ ਜਾਵੇ ਤਾਂ ਕਰੋਗੀ ਕਿਆ? ਮੈਂ ਝੱਟ ਨਾਲ ਹਾਂ ਕਰ ਦਿੱਤੀ। ਉਸ ਭਲੀ ਮਹਿਲਾ ਨੇ ਹਸਪਤਾਲ ਵਿੱਚ ਗੱਲ ਕਰਕੇ ਮੈਨੂੰ ਸਫਾਈ ਕਰਮਚਾਰੀ ਦਾ ਕੰਮ ਦਿਲਵਾ ਦਿੱਤਾ। ਇੱਥੇ ਕੰਮ ਕਰਦੇ ਕਰਦੇ ਮੈਂ ਅੰਮਾ ਜੀ ਦੀ ਦੇਖਭਾਲ ਵੀ ਕਰ ਲੈਂਦੀ ਸੀ। ਪਰ ਪੁੱਤ ਰਹਿ ਕੇ ਆਪਣੇ ਹੀ ਨੂੰਹ ਪੁੱਤ ਦੁਆਰਾ ਕੀਤਾ ਗਿਆ ਵਿਵਹਾਰ ਮੇਰੇ ਦਿਲ ਨੂੰ ਬਹੁਤ ਦੁਖਾਇਆ ਕਰਦਾ ਸੀ। ਅਜਿਹਾ ਕਹਿੰਦੇ ਹੋਏ ਸਵਿਤਾ ਜੀ ਰੋ ਪਈ।
ਮਾਂ ਦੀ ਗੱਲਾਂ ਸੁਣਦੇ ਸੁਣਦੇ ਸੁਖਬੀਰ ਲਗਾਤਾਰ ਭਰੀ ਅੱਖਾਂ ਨਾਲ ਆਪਣੀ ਮਾਂ ਦੀ ਤਰਫ ਹੀ ਦੇਖਦਾ ਜਾ ਰਿਹਾ ਸੀ। ਉਸਨੇ ਮਹਿਸੂਸ ਕੀਤਾ ਕਿ ਇੱਕ ਹੀ ਮਹੀਨੇ ਵਿੱਚ ਉਸਦੀ ਮਾਂ ਬਿਲਕੁਲ ਬੁੱਢੀ ਨਜ਼ਰ ਆਉਣ ਲੱਗੀ ਸੀ। ਉਹਨਾਂ ਦਾ ਚਿਹਰਾ ਝੁਰੜੀਆਂ ਨਾਲ ਭਰ ਗਿਆ ਸੀ। ਮਾਂ ਅਤੇ ਦਾਦੀ ਦੋਵੇਂ ਹੀ ਬਹੁਤ ਕਮਜ਼ੋਰ ਹੋ ਚੁੱਕੀ ਸੀ। ਇਹ ਸਭ ਦੇਖ ਕੇ ਸੁਖਬੀਰ ਤੋਂ ਰਿਹਾ ਨਹੀਂ ਜਾ ਰਿਹਾ ਸੀ। ਉਹ ਗੁੱਸੇ ਨਾਲ ਉਬਲ ਰਿਹਾ ਸੀ। ਉਸਦਾ ਮਨ ਕੀਤਾ ਕਿ ਹੁਣੇ ਪੁਲਿਸ ਕੰਪਲੇਂਟ ਕਰ ਦਾਂ। ਹਸਪਤਾਲ ਦੇ ਸਟਾਫ ਨੂੰ ਭੇਜ ਕੇ ਸੁਖਬੀਰ ਨੇ ਕੈਂਟੀਨ ਵਿੱਚ ਤੋਂ ਆਪਣੀ ਮਾਂ ਅਤੇ ਦਾਦੀ ਲਈ ਖਾਣਾ ਮੰਗਵਾਇਆ। ਫਿਰ ਉਸਨੇ ਆਪਣੀ ਦਾਦੀ ਦੀ ਸਾਰੀ ਰਿਪੋਰਟਸ ਦੇਖੀ ਅਤੇ ਕੁਝ ਟੈਸਟ ਕਰਵਾਏ। ਰਿਪੋਰਟ ਆਉਣੇ ਦੇ ਬਾਅਦ ਸੁਖਬੀਰ ਬੋਲਿਆ, ਦਾਦੀ ਮੈਂ ਤੁਹਾਡੀ ਸਾਰੀ ਰਿਪੋਰਟ ਚੈੱਕ ਕਰ ਲਈ ਹਨ। ਸਭ ਨੋਰਮਲ ਹੈ। ਬਸ ਥੋੜ੍ਹੀ ਜਿਹੀ ਕਮਜ਼ੋਰੀ ਹੈ ਜੋ ਖਾਣੇ ਪੀਣੇ ਦਾ ਖਿਆਲ ਰੱਖਣੇ ਨਾਲ ਠੀਕ ਹੋ ਜਾਵੇਗੀ। ਹੁਣ ਅਸੀਂ ਲੋਕ ਆਪਣੇ ਘਰ ਚੱਲਾਂਗੇ। ਘਰ ਜਾਣੇ ਦੀ ਗੱਲ ਸੁਣ ਕੇ ਸਵਿਤਾ ਜੀ ਅਤੇ ਦਾਦੀ ਥੋੜ੍ਹੇ ਡਰ ਗਏ, ਕਿਉਂਕਿ ਉਹ ਲੋਕ ਵਾਪਿਸ ਉਸੀ ਮਾਹੌਲ ਵਿੱਚ ਨਹੀਂ ਜਾਣਾ ਚਾਹੁੰਦੇ ਸੀ ਜਿੱਥੇ ਉਹਨਾਂ ਦੇ ਨਾਲ ਨੌਕਰਾਂ ਤੋਂ ਵੀ ਬਦਤਰ ਵਿਵਹਾਰ ਹੁੰਦਾ ਸੀ। ਜਦੀ ਸੁਖਬੀਰ ਬੋਲਿਆ, ਮਾਂ ਦਾਦੀ ਉਹ ਘਰ ਤੁਸੀਂ ਲੋਕਾਂ ਦਾ ਹੈ ਅਤੇ ਉਸ ਘਰ ਨੂੰ ਤੁਹਾਡੇ ਤੋਂ ਕੋਈ ਨਹੀਂ ਖੋਹ ਸਕਦਾ। ਤੁਸੀਂ ਚਲੋ ਮੇਰੇ ਨਾਲ। ਸ਼ਾਮ ਦੇ ਸਮੇਂ ਆਪਣੀ ਮਾਂ ਅਤੇ ਦਾਦੀ ਨੂੰ ਟੈਕਸੀ ਵਿੱਚ ਬਿਠਾ ਕੇ ਸੁਖਬੀਰ ਉਹਨਾਂ ਦੇ ਨਾਲ ਘਰ ਪਹੁੰਚਿਆ। ਪਰ ਆਪਣੇ ਭਾਈ ਭਾਬੀ ਨੂੰ ਸਬਕ ਸਿਖਾਉਣੇ ਦੇ ਇਰਾਦੇ ਨਾਲ ਉਹ ਇਕੱਲੇ ਹੀ ਘਰ ਦੇ ਅੰਦਰ ਗਿਆ। ਘਰ ਵਿੱਚ ਉਸਦੀ ਭਾਬੀ ਨੀਤੂ ਦੇ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ। ਨੀਤੂ ਅਤੇ ਸੁਮਿਤ ਆਪਣੇ ਦੋਸਤਾਂ ਦੇ ਨਾਲ ਨੱਚ ਗਾ ਰਹੇ ਸੀ। ਸੁਖਬੀਰ ਨੇ ਘਰ ਵਿੱਚ ਪਹੁੰਚਦੇ ਹੀ ਮਿਊਜ਼ਿਕ ਬੰਦ ਕਰਵਾ ਦਿੱਤਾ। ਜਦੀ ਨੀਤੂ ਭੜਕਦੇ ਹੋਏ ਬੋਲੀ, ਇਹ ਕਿਆ ਬਦਤਮੀਜ਼ੀ ਹੈ। ਤੁਸੀਂ ਲੋਕਾਂ ਦੇ ਸਵਾਲਾਂ ਦਾ ਜਵਾਬ ਮੈਂ ਬਾਅਦ ਵਿੱਚ ਦੇਵਾਂਗਾ। ਪਹਿਲਾਂ ਮੈਨੂੰ ਇਹ ਦੱਸੋ ਕਿ ਮੇਰੀ ਮਾਂ ਅਤੇ ਦਾਦੀ ਕਿੱਥੇ ਹੈ। ਮੈਨੂੰ ਹੁਣੇ ਦੇ ਹੁਣੇ ਉਹਨਾਂ ਨਾਲ ਗੱਲ ਕਰਨੀ ਹੈ। ਜਦੀ ਉਸਦਾ ਭਾਈ ਸੁਮਿਤ ਬੋਲਿਆ, ਤੈਨੂੰ ਕਿੰਨੀ ਵਾਰ ਦੱਸੀਏ ਕਿ ਉਹ ਦੋਵੇਂ ਵਰਿੰਦਾਵਨ ਦੀ ਯਾਤਰਾ ਪਰ ਗਏ ਹਨ। ਅੱਛਾ, ਪਰ ਉਸ ਦਿਨ ਤਾਂ ਭਾਬੀ ਨੇ ਕਿਹਾ ਸੀ ਕਿ ਉਹ ਕੇਦਾਰਨਾਥ ਦੀ ਯਾਤਰਾ ਪਰ ਗਏ ਹਨ। ਇਹ ਸੁਣ ਕੇ ਉਸਦਾ ਭਾਈ ਹੈਰਾਨ ਹੋ ਗਿਆ। ਹੜਬੜਾਉਂਦੇ ਹੋਏ ਉਹ ਕੁਝ ਕਹਿਣ ਹੀ ਲੱਗਾ ਸੀ। ਉਸੀ ਸਮੇਂ ਸੁਖਬੀਰ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਚੀਕਦੇ ਹੋਏ ਬੋਲਿਆ, ਕਿੰਨਾ ਝੂਠ ਬੋਲੋਗੇ ਤੁਸੀਂ ਲੋਕ। ਸੱਚ ਕਿਉਂ ਨਹੀਂ ਦੱਸਦੇ ਕਿ ਤੁਸੀਂ ਉਹਨਾਂ ਦੋਨਾਂ ਨੂੰ ਧੋਖੇ ਨਾਲ ਘਰ ਤੋਂ ਬਾਹਰ ਕੱਢ ਦਿੱਤਾ ਹੈ। ਜਦੀ ਸੁਖਬੀਰ ਨੇ ਆਪਣੀ ਮਾਂ ਅਤੇ ਦਾਦੀ ਨੂੰ ਆਵਾਜ਼ ਲਗਾ ਕੇ ਘਰ ਦੇ ਅੰਦਰ ਬੁਲਾਇਆ। ਸਵਿਤਾ ਜੀ ਨੇ ਘਰ ਦੇ ਅੰਦਰ ਆਉਂਦੇ ਹੀ ਆਪਣੇ ਪੁੱਤ ਅਤੇ ਨੂੰਹ ਦੇ ਗੱਲ ਪਰ ਜ਼ੋਰਦਾਰ ਥੱਪੜ ਜੜ ਦਿੱਤੇ। ਘਰ ਵਿੱਚ ਮੌਜੂਦ ਸਾਰੇ ਮਹਿਮਾਨ ਇਹ ਸਾਰਾ ਨਜ਼ਾਰਾ ਦੇਖ ਰਹੇ ਸੀ। ਜੋ ਲੋਕ ਹੁਣ ਤੱਕ ਉਹਨਾਂ ਨਾਲ ਹੱਸ ਕੇ ਗੱਲਾਂ ਕਰ ਰਹੇ ਸੀ ਅਤੇ ਪਾਰਟੀ ਦਾ ਆਨੰਦ ਚੁੱਕ ਰਹੇ ਸੀ, ਉਹ ਲੋਕ ਹੁਣ ਉਹਨਾਂ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖ ਕੇ ਫੁਸਫੁਸਾਉਣ ਲੱਗੇ। ਹੌਲੀ ਕਰਕੇ ਸਾਰੇ ਲੋਕ ਚਲੇ ਗਏ। ਥੋੜ੍ਹੀ ਹੀ ਦੇਰ ਵਿੱਚ ਉੱਥੇ ਪੁਲਿਸ ਵੀ ਹਾਜ਼ਰ ਹੋ ਗਈ। ਜਦ ਸੁਖਬੀਰ ਨੇ ਕਿਹਾ, ਇੰਸਪੈਕਟਰ ਸਾਹਿਬ, ਇਹੀ ਉਹ ਲੋਕ ਹਨ ਜਿਨ੍ਹਾਂ ਨੇ ਮੇਰੀ ਮਾਂ ਅਤੇ ਦਾਦੀ ਦੇ ਨਾਲ ਜਾਨਵਰਾਂ ਤੋਂ ਵੀ ਬਦਤਰ ਸਲੂਕ ਕੀਤਾ ਹੈ। ਉਹਨਾਂ ਨੂੰ ਉਹਨਾਂ ਦੇ ਹੀ ਘਰ ਤੋਂ ਕੱਢ ਦਿੱਤਾ ਅਤੇ ਦਰ ਦੀ ਠੋਕਰਾਂ ਖਾਣੇ ਦੇ ਲਈ ਮਜਬੂਰ ਕਰ ਦਿੱਤਾ। ਜਿਸ ਦੁਕਾਨ ਪਰ ਮੇਰੇ ਭਾਈ ਨੇ ਕਬਜ਼ਾ ਕਰ ਲਿਆ ਹੈ, ਉਹ ਦੁਕਾਨ ਵੀ ਮੇਰੀ ਦਾਦੀ ਦੇ ਨਾਮ ਪਰ ਹੈ। ਜਿਵੇਂ ਹੀ ਨੀਤੂ ਅਤੇ ਸੁਮਿਤ ਨੇ ਪੁਲਿਸ ਨੂੰ ਦੇਖਿਆ, ਉਹਨਾਂ ਨੂੰ ਦਿਨ ਵਿੱਚ ਤਾਰੇ ਨਜ਼ਰ ਆਉਣ ਲੱਗੇ। ਉਹ ਦੋਵੇਂ ਝੱਟ ਨਾਲ ਆਪਣੀ ਮਾਂ ਅਤੇ ਦਾਦੀ ਦੇ ਪੈਰਾਂ ਵਿੱਚ ਗਿਰ ਗਏ ਅਤੇ ਬੋਲੇ, ਸਾਨੂੰ ਮਾਫ਼ ਕਰ ਦਵੋ, ਸਾਡੇ ਤੋਂ ਬਹੁਤ ਬੜੀ ਗਲਤੀ ਹੋ ਗਈ। ਜਦੀ ਸਵਿਤਾ ਜੀ ਨੇ ਕਿਹਾ, ਜੋ ਗਲਤੀ ਤੁਸੀਂ ਲੋਕਾਂ ਤੋਂ ਹੋਈ ਹੈ ਉਸ ਦੇ ਲਈ ਮੈਂ ਤਾਂ ਕਿਹਾ ਭਗਵਾਨ ਵੀ ਤੁਹਾਨੂੰ ਕਦੀ ਮਾਫ਼ ਨਹੀਂ ਕਰੇਗਾ। ਜਦੀ ਪੁਲਿਸ ਕਾਂਸਟੇਬਲ ਬੋਲਿਆ, ਹੁਣ ਚਲੋ, ਬਾਕੀ ਦੀ ਗੱਲਾਂ ਥਾਣੇ ਵਿੱਚ ਚੱਲ ਕੇ ਕਰਾਂਗੇ।
ਪੁਲਿਸ ਦੀ ਇਹ ਗੱਲ ਸੁਣ ਕੇ ਨੀਤੂ ਅੰਦਰ ਤੱਕ ਕੰਬ ਗਈ ਅਤੇ ਰੁਆਸੀ ਆਵਾਜ਼ ਵਿੱਚ ਬੋਲੀ, ਮਾਂ ਪਲੀਜ਼ ਸਾਡੇ ਨਾਲ ਇਹੋ ਜਿਹਾ ਨਾ ਕਰੋ। ਪਰ ਸਵਿਤਾ ਜੀ ਪੱਥਰ ਬਣੀ ਜੱਸ ਕੀ ਤੱਸ ਖੜੀ ਰਹਿ ਗਈ। ਪਰ ਜਿਵੇਂ ਹੀ ਪੁਲਿਸ ਉਹਨਾਂ ਨੂੰ ਘਸੀਟ ਕੇ ਬਾਹਰ ਦੀ ਤਰਫ ਲੈ ਕੇ ਜਾਣ ਲੱਗੀ, ਜਦੀ ਸਵਿਤਾ ਜੀ ਨੇ ਉਹਨਾਂ ਨੂੰ ਰੋਕ ਦਿੱਤਾ ਅਤੇ ਕਿਹਾ ਕਿ ਮੈਂ ਆਪਣੀ ਕੰਪਲੇਂਟ ਵਾਪਿਸ ਲੈਂਦੀ ਹਾਂ। ਇਹ ਸੁਣ ਕੇ ਨੀਤੂ ਅਤੇ ਸੁਮਿਤ ਖੁਸ਼ ਹੋ ਗਏ। ਫਿਰ ਸਵਿਤਾ ਜੀ ਨੇ ਕਿਹਾ, ਪਰ ਇਸਦਾ ਮਤਲਬ ਇਹ ਮਤਲਬ ਨਹੀਂ ਕਿ ਅਸੀਂ ਤੁਹਾਨੂੰ ਮਾਫ਼ ਕਰ ਦਿੱਤਾ। ਮਾਫ਼ੀ ਤਾਂ ਤੁਹਾਨੂੰ ਜ਼ਿੰਦਗੀ ਭਰ ਨਹੀਂ ਮਿਲੇਗੀ। ਆਪਣੀ ਕੰਪਲੇਂਟ ਮੈਂ ਸਿਰਫ ਆਪਣੇ ਪੋਤਾ ਪੋਤੀ ਦੀ ਵਜ੍ਹਾ ਨਾਲ ਵਾਪਿਸ ਲੈ ਰਹੀ ਹਾਂ, ਕਿਉਂਕਿ ਜਦ ਬੱਚੇ ਬੜੇ ਹੋ ਜਾਂਦੇ ਹਨ, ਜਦ ਸ਼ਾਇਦ ਉਹਨਾਂ ਨੂੰ ਆਪਣੇ ਮਾਂ-ਬਾਪ ਘਰ ਵਿੱਚ ਪਏ ਪੁਰਾਣੇ ਅਤੇ ਫਾਲਤੂ ਸਮਾਨ ਦੀ ਤਰ੍ਹਾਂ ਲੱਗਦੇ ਹੋਣ, ਪਰ ਬਚਪਨ ਵਿੱਚ ਤਾਂ ਮਾਂ-ਬਾਪ ਭਗਵਾਨ ਸਮਾਨ ਹੀ ਲੱਗਦੇ ਹਨ। ਸਵਿਤਾ ਜੀ ਦੀ ਗੱਲਾਂ ਸੁਣ ਕੇ ਨੀਤੂ ਅਤੇ ਸੁਮਿਤ ਦੀ ਨਜ਼ਰਾਂ ਝੁਕ ਗਈ। ਸ਼ਾਇਦ ਉਹ ਆਪਣੇ ਕੀਤੇ ਪਰ ਸ਼ਰਮਿੰਦਾ ਸੀ। ਫਿਰ ਸਵਿਤਾ ਜੀ ਨੇ ਕਿਹਾ, ਹੁਣ ਆਪਣਾ ਸਮਾਨ ਚੁੱਕੋ ਅਤੇ ਦੂਰ ਹੋ ਜਾਓ ਸਾਡੀ ਨਜ਼ਰਾਂ ਤੋਂ। ਮੈਂ ਤੇਰਾ ਚਿਹਰਾ ਤੱਕ ਨਹੀਂ ਦੇਖਣਾ ਚਾਹੁੰਦੀ। ਅੱਜ ਤੋਂ ਸਿਰਫ ਮੇਰਾ ਇੱਕ ਹੀ ਪੁੱਤ ਹੈ ਅਤੇ ਉਹ ਹੈ ਸੁਖਬੀਰ। ਆਪਣੀ ਮਾਂ ਦੇ ਮੂੰਹ ਤੋਂ ਇਹ ਗੱਲ ਸੁਣ ਕੇ ਸੁਮਿਤ ਦੀ ਹੈਰਾਨੀ ਦਾ ਟਿਕਾਣਾ ਨਾ ਰਿਹਾ। ਸੁਮਿਤ ਅਤੇ ਨੀਤੂ ਸਵਿਤਾ ਜੀ ਦੇ ਅੱਗੇ ਰੋਏ, ਗਿੜਗਿੜਾਏ। ਪਰ ਹੁਣ ਇਸ ਗੱਲ ਦੇ ਲਈ ਬਹੁਤ ਦੇਰ ਹੋ ਚੁੱਕੀ ਸੀ। ਉਹਨਾਂ ਦੇ ਕਰਮਾਂ ਦੀ ਸਜ਼ਾ ਉਹਨਾਂ ਨੂੰ ਸੁਣਾ ਦਿੱਤੀ ਗਈ ਸੀ। ਸਟੋਰੀ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸੋ ਜੀ।